ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਤੇ। ਦੋਸਤੋ ਅੱਜ ਆਪਾਂ ਤੁਹਾਡੇ ਲਈ ਸਟੈਟਿਕ ਜੀਕੇ ਸੰਡੇ ਐਕਸਪ੍ਰੈਸ ਦੇ ਟੌਪ 300 MCQ ਦੀ ਕਲਾਸ ਨੰਬਰ 7 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਇੰਡੀਅਨ ਪੋਲਿਟੀ ਅਤੇ ਲੋਕਲ ਗਵਰਨਮੈਂਟ ਦੇ ਟੌਪ 20 MCQ ਕਰਾਂਗੇ, ਜਿਹੜੇ ਕਿ ਪੇਪਰ ਦੇ ਵਿੱਚ ਬਾਰ-ਬਾਰ ਪੁੱਛੇ ਜਾਂਦੇ ਨੇ ਜੀ। ਹੁਣ ਤੁਸੀਂ ਕਹੋਗੇ ਕਿ ਹਾਂਜੀ ਇਹਦੇ ਵਿੱਚ ਲੋਕਲ ਗਵਰਨਮੈਂਟ ਆਪਾਂ ਕਿਉਂ ਐਡ ਕੀਤਾ। ਦੇਖੋ ਜੀ, ਲੋਕਲ ਗਵਰਨਮੈਂਟ ਮਿਊਨਿਸਪੈਲਿਟੀਜ਼ ਹੋ ਗਈਆਂ ਅਤੇ ਨਾਲ ਪੰਚਾਇਤੀ ਇੰਸਟੀਟਿਊਸ਼ਨ ਹੋ ਗਏ ਹੈ ਨਾ, ਇਹਨਾਂ ਦੇ ਵਿੱਚੋਂ ਕੁਐਸਚਨ ਆਉਣ ਦੀ ਸੰਭਾਵਨਾ ਹੈਗੀ ਆ, ਖਾਸ ਕਰ ਸੀਨੀਅਰ ਅਸਿਸਟੈਂਟ 'ਤੇ। ਸੋ ਇਕੱਲਾ ਸੀਨੀਅਰ ਅਸਿਸਟੈਂਟ ਨਹੀਂ, ਤੁਸੀਂ ਪੰਜਾਬ ਪੁਲਿਸ ਦੇ ਵੀ ਪੇਪਰ ਚੱਕ ਕੇ ਦੇਖ ਲਓ, ਚਾਹੇ PSSB ਦੇ ਤੁਸੀਂ ਬਾਕੀ ਪੇਪਰ ਵੀ ਚੱਕ ਕੇ ਦੇਖ ਲਓ। ਇਹਨਾਂ ਦੋ ਟੌਪਿਕਸ 'ਚੋਂ ਕੁਐਸਚਨ ਪੱਕਾ ਇੱਕ ਅੱਧਾ ਬਣਦਾ ਹੁੰਦਾ ਬਸ, ਉਹ ਇਹ ਵੀ ਜ਼ਰੂਰੀ ਆਪਣੇ ਲਈ ਕਰਨਾ। ਸੋ ਇਹਦੇ ਵਿੱਚ ਥੋੜ੍ਹੇ ਜਿਹੇ ਮੈਂ 7, 8, 9 ਕੁਐਸਚਨ ਜ਼ਿਆਦਾ ਐਡ ਕੀਤੇ ਨੇ, ਕਿਉਂਕਿ ਇਹਦੇ ਵਿੱਚੋਂ ਕੁਐਸਚਨ ਆਉਣ ਦੀ ਸੰਭਾਵਨਾ ਥੋੜ੍ਹੀ ਜਿਹੀ ਇਹਨਾਂ ਪੇਪਰਾਂ ਦੇ ਵਿੱਚ ਹੈਗੀ ਆ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਕਲਾਸ ਦਾ ਪਹਿਲਾ ਕੁਐਸਚਨ। ਮਤਲਬ ਟੋਟਲ ਇਸ ਸੀਰੀਜ਼ ਦਾ 121ਵਾਂ ਕੁਐਸਚਨ ਆ। ਆਲਮੋਸਟ ਆਪਾਂ ਹਾਫ ਆਪਣੇ ਕੁਐਸਚਨਸ ਕਵਰ ਕਰ ਚੁੱਕੇ ਹਾਂ। 160 ਕੁਐਸਚਨ ਇਸ ਤੋਂ ਬਾਅਦ ਆਪਣੇ ਰਹਿ ਜਾਣਗੇ, ਜੋ ਕਿ ਆਪਾਂ ਦੀਵਾਲੀ ਦੇ ਨੇੜੇ ਤੇੜੇ ਤੱਕ ਤੁਹਾਨੂੰ ਤਿਆਰ ਕਰਕੇ ਪੂਰੀ ਕੋਸ਼ਿਸ਼ ਆ ਕੇ ਦੇ ਦਈਏ। ਸੋ ਫੈਸਟੀਵਲ ਆ ਗਿਆ ਕਰਕੇ ਥੋੜ੍ਹਾ ਬਿਜ਼ੀ ਹੋਣ ਕਰਕੇ ਉਸ ਤੋਂ ਬਾਅਦ ਹੋ ਸਕਦਾ ਕਿ 5-7 ਦਿਨ ਵੱਧ ਲੱਗ ਜਾਣ ਤੁਹਾਨੂੰ PDF ਮਿਲਣ ਤੱਕ। ਸੋ PDF ਜਦੋਂ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਤਾਂ ਪੂਰੇ ਕੁਐਸਚਨ 300 ਦੀ ਹੀ ਪ੍ਰੋਵਾਈਡ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਕੁਐਸਚਨ। ਸੰਵਿਧਾਨ ਦੇ ਹੇਠ ਲਿਖੇ ਸੋਧ ਐਕਟਾਂ ਵਿੱਚੋਂ ਕਿਹਨੇ ਨਗਰ ਪਾਲਿਕਾਵਾਂ ਦੇ ਸੰਬੰਧ ਵਿੱਚ ਵਿਵਸਥਾ ਨੂੰ ਜੋੜਿਆ ਵਾ। ਕਿਹੜੀ ਅਮੈਂਡਮੈਂਟ ਐਕਟ ਆ ਜੀ ਕੌਂਸਟੀਟਿਊਸ਼ਨ ਦੀ? 72ਵੀਂ 1992 'ਚ, 73ਵੀਂ 1993 'ਚ, 74ਵੀਂ 1992 ਦੇ ਵਿੱਚ ਜਾਂ 76ਵੀਂ 1994 ਦੇ ਵਿੱਚ। ਸੋ ਇਹਦਾ ਤੁਸੀਂ ਆਨਸਰ ਦੱਸਣਾ ਵਾ ਜੀ। ਬਿਲਕੁਲ ਸਹੀ ਜੀ, ਤੁਸੀਂ ਦਿਮਾਗ 'ਚ ਸੋਚ ਲਿਆ ਹੋਵੇਗਾ, ਮੈਂ ਬਹੁਤ ਵਾਰ ਤੁਹਾਨੂੰ ਕਰਵਾਇਆ ਹੋਇਆ ਜੀ। ਕੌਂਸਟੀਟਿਊਸ਼ਨ ਦੀ 74ਵੀਂ ਅਮੈਂਡਮੈਂਟ ਐਕਟ 1992 ਦੇ ਤਹਿਤ ਜਿਹੜੀਆਂ ਮਿਊਨਿਸਪੈਲਿਟੀਜ਼ ਨੂੰ ਜੋੜਿਆ ਗਿਆ ਸੀ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ। ਹੁਣ ਜੀ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ, ਜ਼ਰੂਰੀ ਨਹੀਂ ਕਿ ਤੁਹਾਨੂੰ ਇਹੀ ਕੁਐਸਚਨ ਆਵੇ, ਉਹ ਆਪਾਂ ਤੁਹਾਨੂੰ ਨਾਲ ਐਡ ਕਰਕੇ ਦਿੱਤਾ ਹੋਇਆ ਜੀ। 74ਵੀਂ ਅਮੈਂਡਮੈਂਟ ਐਕਟ ਜਿਹੜਾ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਇਹਨੂੰ ਜੋੜਿਆ ਗਿਆ, ਠੀਕ ਹੈ, ਨਗਰ ਪਾਲਿਕਾਵਾਂ ਨੂੰ। ਦੈਨ ਇਹ ਪਾਸ ਹੋਇਆ ਸੀ ਜੀ ਦਸੰਬਰ 1992 'ਚ ਐਕਟ, ਅਤੇ ਕੇਮ ਇਨਟੂ ਫੋਰਸ, ਠੀਕ ਆ। ਲਾਗੂ ਕਦੋਂ ਹੋਇਆ ਸੀ? ਇਹ ਹੋਇਆ ਸੀ 1 ਜੂਨ 1993 ਨੂੰ। ਪਾਰਟ ਏ ਦੇ ਵਿੱਚ ਸੰਵਿਧਾਨ 'ਚ ਦਰਜ ਆ। ਕਈ ਵਾਰ ਤੁਹਾਨੂੰ ਇਹ ਪੁੱਛ ਲੈਣਗੇ ਕਿਹੜੇ ਪਾਰਟ ਦੇ ਵਿੱਚ ਦਰਜ ਆ ਜੀ? 9A ਦੇ ਵਿੱਚ ਦਰਜ ਆ, ਇਹ ਵੀ ਤੁਸੀਂ ਯਾਦ ਰੱਖਣਾ। ਆਰਟੀਕਲ 243P ਤੋਂ ਲੈ ਕੇ ਆਰਟੀਕਲ 243ZG ਤੱਕ ਇਹਦੇ ਪ੍ਰੋਵੀਜ਼ਨ ਹੁੰਦੇ ਨੇ ਸਾਰੇ, ਠੀਕ ਆ। ਤਾਂ 12ਵੇਂ ਸ਼ਡਿਊਲ ਦੇ ਵਿੱਚ ਇਹ ਕੌਂਸਟੀਟਿਊਸ਼ਨ ਦੇ ਵਿੱਚ ਦਰਜ ਆ, ਇਹ ਵੀ ਤੁਸੀਂ ਯਾਦ ਕਰਨਾ, ਠੀਕ ਹੈ। ਕਿਹੜੇ ਸ਼ਡਿਊਲ ਲਾਗੂ ਹੋਇਆ ਸੀ, ਇਹਦੇ ਨਾਲ ਜੁੜਿਆ ਗਿਆ ਸੀ 12ਵਾਂ ਸ਼ਡਿਊਲ, ਠੀਕ ਹੈ। ਇਹ 3-4 ਚੀਜ਼ਾਂ ਤੁਹਾਡੇ ਪੱਕਾ ਯਾਦ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਇਹਦੇ ਵਿੱਚੋਂ ਕੁਐਸਚਨ ਹਰੇਕ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਹੁਣ ਜੀ ਜੇਕਰ ਤੁਸੀਂ ਇਹਨੂੰ ਡਿਟੇਲ ਦੇ ਵਿੱਚ ਪੋਲਿਟੀ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਮੇਰੀਆਂ 26-27 ਵੀਡੀਓਜ਼ ਕਰਾਈਆਂ ਹੋਈਆਂ ਨੇ, ਉਹ ਤੁਸੀਂ ਕਰ ਸਕਦੇ ਹੋ। ਬਹੁਤ ਸਾਰੇ ਦੋਸਤਾਂ ਨੇ ਉਹ ਕੀਤੀਆਂ ਵੀ ਨੇ ਅਤੇ ਉਹਨਾਂ ਨੂੰ ਪਿਛਲੇ 2022-23 ਦੇ ਜਿੰਨੇ ਵੀ ਪੇਪਰ ਹੋਏ ਨੇ ਉਹਦੇ ਵਿੱਚ ਫਾਇਦਾ ਮਿਲਿਆ ਵੀ ਆ ਜੀ। ਸੰਵਿਧਾਨ ਦੀ ਹੇਠ ਲਿਖੀਆਂ ਧਾਰਾਵਾਂ ਵਿੱਚੋਂ, ਸੋ ਫ੍ਰੀ ਆਫ ਕਾਸਟ ਆ ਜੀ ਉਹਦੀ PDF ਵੀ ਆਪਾਂ ਤੁਹਾਨੂੰ ਟੈਲੀਗ੍ਰਾਮ 'ਤੇ ਪ੍ਰੋਵਾਈਡ ਕੀਤੀ ਹੋਈ ਆ, ਤੁਸੀਂ ਉਹਨੂੰ ਪੜ੍ਹੋ, ਇੱਕ ਵਾਰ ਚੰਗੀ ਤਰ੍ਹਾਂ ਪੜ੍ਹੋ, ਠੀਕ ਆ। ਵੈਸੇ ਤੁਸੀਂ ਇਹ ਆਪਣੇ ਤੋਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਕੀ ਕਰ ਸਕਦੇ ਹੋ, ਲੂਸੈਂਟ ਤੋਂ ਵੀ ਕਰ ਸਕਦੇ ਹੋ, ਠੀਕ ਆ ਜੀ। ਸੰਵਿਧਾਨ ਦੀ ਹੇਠ ਲਿਖੀਆਂ ਧਾਰਾਵਾਂ ਵਿੱਚੋਂ ਕਿਹੜੀ ਧਾਰਾ ਨਗਰ ਪੰਚਾਇਤਾਂ, ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੀ ਸਥਾਪਨਾ ਦੇ ਨਾਲ ਸੰਬੰਧਿਤ ਆ ਜੀ? ਆਰਟੀਕਲ 243Q, 243R, 243S ਜਾਂ 243T। ਸੋ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਪਿਆ ਜੀ 243Q। ਇਹ ਆਪਣੇ ਐਸਟੈਬਲਿਸ਼ਮੈਂਟ ਕਰਦਾ ਨਗਰ ਪੰਚਾਇਤ, ਮਿਊਨਿਸਪਲ ਕੌਂਸਲ ਅਤੇ ਮਿਊਨਿਸਪਲ ਕਾਰਪੋਰੇਸ਼ਨ। ਦੇਖੋ ਜੀ ਇਹ ਕੁਐਸਚਨ ਤਾਂ ਹੀ ਐਡ ਕੀਤੇ ਨੇ ਕਿਉਂਕਿ ਜਿਹੜੀ ਤੁਸੀਂ ਸੀਨੀਅਰ ਅਸਿਸਟੈਂਟ ਦੀ ਇਸ ਟਾਈਮ ਤਿਆਰੀ ਕਰ ਰਹੇ ਹੋ ਉਹਦੇ ਨਾਲ ਰਿਲੇਟਡ ਕੁਐਸਚਨ ਆ, ਕਿਉਂਕਿ ਇਹਨਾਂ ਵਿਭਾਗਾਂ ਦੇ ਵਿੱਚ ਹੀ ਤੁਹਾਡੀ ਇਸ ਟਾਈਮ ਦੇ ਉੱਤੇ ਜੁਆਇਨਿੰਗ ਹੋਣੀ ਆ। ਸੋ ਇਹਦੇ 'ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜਦੋਂ ਆਪਣਾ ਸਿਲੇਬਸ ਆ ਜਾਏਗਾ, ਜੇਕਰ ਉਹਨਾਂ ਨੇ ਅਲੱਗ ਤੋਂ ਮੈਂਸ਼ਨ ਕੀਤਾ ਤਾਂ ਇਹਨੂੰ ਆਪਾਂ ਨੂੰ ਡਿਟੇਲ 'ਚ ਵੀ ਪੜ੍ਹਨਾ ਪੈਣਾ ਵਾ, ਹੈ ਨਾ। ਜੇਕਰ ਤੁਹਾਡੇ GK ਦੇ ਪਾਰਟ ਦੇ ਵਿੱਚ ਜਾਂ ਅਲੱਗ ਤੋਂ ਉਹਨਾਂ ਨੇ ਕਿਤੇ ਇਹ ਚੀਜ਼ 10 ਨੰਬਰ 15 ਨੰਬਰ ਦੀ ਪਾ ਦਿੱਤੀ ਤਾਂ ਆਪਾਂ ਨੂੰ ਜ਼ਰੂਰ ਕਰਨੀ ਪਵੇਗੀ ਜੀ ਉਹ, ਠੀਕ ਆ। ਫਿਰ ਉਹ ਆਪਾਂ ਅਲੱਗ ਤੋਂ ਕਰ ਲਾਂਗੇ। ਫਿਲਹਾਲ ਆਪਾਂ ਨੂੰ ਬੇਸਿਕ ਚੀਜ਼ਾਂ ਬਾਰੇ ਤਾਂ ਨੌਲੇਜ ਹੋਣੀ ਚਾਹੀਦੀ ਆ। ਹਾਂਜੀ, ਜਿਹੜਾ ਆਰਟੀਕਲ 243Q ਆ ਇਹ ਕੌਂਸਟੀਟਿਊਸ਼ਨ ਆਫ ਮਿਊਨਿਸਪੈਲਿਟੀਜ਼ ਦਾ ਸੰਵਿਧਾਨ ਦੇ ਵਿੱਚ, ਇਹਦੇ ਵਿੱਚ ਜੀ ਨਗਰ ਪੰਚਾਇਤ ਆ ਜਾਂਦਾ। ਨਗਰ ਪੰਚਾਇਤ ਉਹਨਾਂ ਖੇਤਰਾਂ ਲਈ ਹੈ ਜੋ ਪਰਿਵਰਤਨਸ਼ੀਲ ਖੇਤਰ ਹਨ। ਮਤਲਬ ਕਿ ਜਿਵੇਂ ਮੰਨ ਲਓ ਕਿ ਪੇਂਡੂ ਏਰੀਆ ਵਾ ਉਹ ਹੌਲੀ ਹੌਲੀ ਕਰਕੇ ਸ਼ਹਿਰੀ ਖੇਤਰਾਂ ਦੇ ਵਿੱਚ ਤਬਦੀਲ ਹੋ ਰਹੇ ਹੁੰਦੇ ਨੇ, ਉਹਨੂੰ ਆਪਾਂ ਨਗਰ ਪੰਚਾਇਤ ਕਹਿ ਦਿੰਦੇ ਹਾਂ। ਮਿਊਨਿਸਪਲ ਕੌਂਸਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਮਿਊਨਿਸਪਲ ਕੌਂਸਲ ਹੁੰਦਾ ਵਾ ਇੱਕ ਸਮਾਲਰ ਅਰਬਨ ਏਰੀਆ ਹੁੰਦਾ ਵਾ, ਮਤਲਬ ਕਿ ਨਗਰ ਕੌਂਸਲ ਆਪਾਂ ਕਹਿ ਦਿੰਦੇ ਹਾਂ। ਇੱਕ ਨਗਰ ਕੌਂਸਲ ਛੋਟੇ ਸ਼ਹਿਰੀ ਖੇਤਰ ਲਈ ਆਪਾਂ ਇਹ ਵਰਡ ਨੂੰ ਯੂਜ਼ ਕਰਦੇ ਹਾਂ, ਠੀਕ ਆ। ਸੋ ਇਹਦੇ ਨਾਲ ਤੁਹਾਨੂੰ ਨਾਲ ਦੀ ਨਾਲ ਤੁਹਾਡੀ ਜੋ ਪੋਸਟਿੰਗ ਹੋਏਗੀ ਉਸ ਤੋਂ ਬਾਅਦ ਤੁਸੀਂ ਸੀਨੀਅਰ ਅਸਿਸਟੈਂਟ ਦੇ ਪੇਪਰ ਦਿਓਗੇ, ਹੈ ਨਾ। ਸੋ ਪਰਮਾਤਮਾ ਕਰੇ ਕਿ ਤੁਹਾਡੀ ਸਿਲੈਕਸ਼ਨ ਬਹੁਤ ਜਲਦੀ ਹੋਵੇ। ਸੋ ਇਹਦੀ ਤਿਆਰੀ 'ਤੇ ਤੁਸੀਂ ਫੋਕਸ ਕਰਨਾ ਵਾ,
ठीक है। जिन्हां की सिलैक्शन नहीं हुई ये ध्यान रखो तुसीं अपना कि हाँ जी परमात्मा ने जेकर पिछले दे विच तुहाडी किसी क्लर्क दे विच जां किसी दे विच तुहाडी सिलैक्शन नहीं हो तां तुहाडे लई एक वधिया ग्रुप बी दी पोस्ट सोची होएगी। सो मोटीवेट होकर रहना ते अगे अपनी तैयारी जारी रखनी है। म्यूनसिपल कारपोरेशन हो गया, कारपोरेशन दे विच एक लार्ज एंड अर्बन एरिया दे विच स्थित हुंदा, उहनूं आपां कह दिंदे आ जी नगर निगम। नैक्सट चलते हैं जी। सो इन्हों आप डिटेल च करांगे, ठीक है। वैसे मेरा करवाया होया तुहानूं नगर सॉरी पंचायतां ते म्यूनसिपैलिटी का एक पूरा टॉपिक करवाया होया जी। ਭਾਰਤ ਦੇ ਵਿੱਚ ਪਹਿਲੀ ਨਗਰ ਨਿਗਮ ਕਿੱਥੇ ਸਥਾਪਿਤ ਹੋਈ ਜੀ? ਫਸਟ ਮਿਊਨਿਸਪਲ ਕਾਰਪੋਰੇਸ਼ਨ ਕਿੱਥੇ ਸਥਾਪਿਤ? ਬਹੁਤ ਇੰਪੋਰਟੈਂਟ ਕੁਐਸਚਨ ਆ ਜੀ, ਅਲੱਗ-ਅਲੱਗ ਪੇਪਰਾਂ 'ਚ ਬਹੁਤ ਵਾਰ ਇਹ ਕੁਐਸਚਨ ਪੁੱਛ ਵੀ ਚੁੱਕਿਆ, ਬੰਬੇ 'ਚ, ਕਲਕੱਤੇ 'ਚ, ਮਦਰਾਸ 'ਚ ਜਾਂ ਸੂਰਤ। ਸੋ ਮਦਰਾਸ ਦੇ ਵਿੱਚ ਪਹਿਲੀ ਮਿਊਨਿਸਪਲ ਕਾਰਪੋਰੇਸ਼ਨ ਸਥਾਪਿਤ ਹੋਈ ਸੀ ਜੀ ਇੰਡੀਆ ਦੇ ਵਿੱਚ। ਮਿਊਨਿਸਪਲ ਕਾਰਪੋਰੇਸ਼ਨ ਦਾ ਫਸਟ ਸੱਚ ਮਿਊਨਿਸਪਲ ਕਾਰਪੋਰੇਸ਼ਨ ਵਾਸ ਸੈਟ ਅਪ ਇਨ ਦਾ ਫਾਰਮਰ ਪ੍ਰੈਜ਼ੀਡੈਂਸੀ ਟਾਊਨ ਆਫ ਮਦਰਾਸ ਇਨ 1688 'ਚ ਹੋਈ ਸੀ, ਠੀਕ ਹੈ। ਉਹਨੂੰ ਉਸ ਟਾਈਮ ਦੇ ਉੱਤੇ ਮਦਰਾਸ ਮਿਊਨਿਸਪਲ ਕਾਰਪੋਰੇਸ਼ਨ ਕਹਿੰਦੇ ਸੀ ਐਂਡ ਵਾਸ ਦਾ ਪ੍ਰੋਸੀਜਰ ਆਫ ਦਾ ਮਾਡਰਨ ਡੇ ਚੇਨਈ ਮਿਊਨਿਸਪਲ ਕਾਰਪੋਰੇਸ਼ਨ ਕਹਿ ਦਿੰਦੇ ਆ ਉਹਨੂੰ, ਠੀਕ ਆ। ਸੋ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹਨਾਂ ਸਾਰੇ ਕੁਐਸਚਨ ਨੂੰ ਸਟਾਰ ਮਾਰਕ ਕਰੋ। ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਣੀਆਂ ਕਿਉਂਕਿ ਜਿਹੜੇ ਵਿਭਾਗ ਦੇ ਨਾਲ ਪੇਪਰ ਹੈਗਾ ਜੁੜਿਆ ਹੋਇਆ ਹੋ ਸਕਦਾ ਇਹਦੇ ਵਿੱਚ ਤੁਹਾਨੂੰ ਇਹਦੇ ਨਾਲ ਰਿਲੇਟਡ ਕੁਐਸਚਨ ਪੁੱਛਣ ਤੇ ਅਲੱਗ ਤੋਂ ਸਿਲੇਬਸ ਵੀ ਮੈਂਸ਼ਨ ਕਰ ਸਕਦੇ ਆ, ਪਰ ਉਹਨੂੰ ਆਪਾਂ ਡਿਟੇਲ 'ਚ ਉਦੋਂ ਪੜ੍ਹਨਾ ਜਦੋਂ ਸਿਲੇਬਸ 'ਚ ਆਊਗਾ। ਅਜੇ ਫਿਲਹਾਲ ਸਿਲੇਬਸ ਆਊਟ ਅਜੇ ਜਦੋਂ ਤੱਕ ਮੈਂ ਇਹ ਵੀਡੀਓ ਰਿਕਾਰਡ ਕਰਦਾ ਨਹੀਂ ਹੋਇਆ। ਸੋ ਜੇਕਰ ਐਡ ਹੋਇਆ ਤਾਂ ਉਹਨੂੰ ਆਪਾਂ ਡੀਪ ਕਰਾਂਗੇ, ਨਹੀਂ ਅਦਰਵਾਈਜ਼ ਇਹ ਨੋਰਮਲ ਜੀਕੇ ਦੇ ਵਿੱਚ ਆਉਂਦਾ, ਪੋਲਿਟੀ ਦੇ ਵਿੱਚ ਇੰਨਾ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ। ਸਥਾਨਕ ਸਰਕਾਰਾਂ ਮਤਲਬ ਕਿ ਸੈਂਟਰ ਕੌਂਸਲ ਆਫ ਲੋਕਲ ਗੌਰਮੈਂਟ ਵਾਜ਼ ਸੈਟਅਪ ਇਨ ਦੀ ਈਅਰ, ਠੀਕ ਹੈ ਜੀ, 1882, 1993, 1950 ਜਾਂ 1954। ਸੋ 124 ਦਾ ਤੁਹਾਡਾ ਬਿਲਕੁਲ ਸਹੀ ਆਨਸਰ ਬਣ ਰਿਹਾ ਜੀ। 1954 ਦੇ ਵਿੱਚ ਸੈਂਟਰਲ ਕੌਂਸਲ ਆਫ ਲੋਕਲ ਗੌਰਮੈਂਟ ਸਥਾਪਿਤ ਹੋਈ ਸੀ। ਸੋ ਡੀ ਆਨਸਰ ਸਾਡਾ ਬਿਲਕੁਲ ਸਹੀ ਹੋਏਗਾ। ਇੱਕ ਕੁਐਸਚਨ ਮੈਂ ਤੁਹਾਨੂੰ ਪਾਉਂਦਾ, ਤੁਸੀਂ ਦੱਸਣਾ ਕਿ ਲੋਕਲ ਸੈਲਫ ਗੌਰਮੈਂਟ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਵਾ। ਬਹੁਤ ਇੰਪੋਰਟੈਂਟ ਕੁਐਸਚਨ ਆ, ਕਿੰਨੇ ਹੀ ਵਾਰ ਪੇਪਰਾਂ ਦੇ ਵਿੱਚ ਪੁੱਛਿਆ ਜਾ ਚੁੱਕਿਆ। ਸੋ ਤੁਹਾਨੂੰ ਮੇਰੇ ਅਕੋਰਡਿੰਗ 90% ਬੱਚਿਆਂ ਨੂੰ ਇਹ ਕੁਐਸਚਨ ਆਉਂਦਾ ਹੋਏਗਾ, ਠੀਕ ਆ। ਬਹੁਤ ਵਾਰ ਆਪਾਂ ਵੀ ਕਰਵਾਇਆ, ਵੈਸੇ ਵੀ ਬਹੁਤ ਬੇਸਿਕ ਜਿਹਾ ਕੁਐਸਚਨ ਆ। ਹਰੇਕ ਤੀਜੇ ਚੌਥੇ ਪੇਪਰ ਦੇ ਵਿੱਚ ਇਹ ਚੀਜ਼ ਰਿਪੀਟ ਹੋ ਜਾਂਦਾ ਕਿ ਲੋਕਲ ਗੌਰਮੈਂਟ ਲੋਕਲ ਸੈਲਫ ਗੌਰਮੈਂਟ ਦੇ ਫਾਦਰ ਕਿਹਨੂੰ ਕਿਹਾ ਜਾਂਦਾ, ਠੀਕ ਹੈ। ਸੋ ਨੈਕਸਟ ਚੱਲਦੇ ਹਾਂ ਜੀ ਆਪਾਂ। ਹਾਂਜੀ, ਸੈਂਟਰਲ ਕੌਂਸਲ ਆਫ ਲੋਕਲ ਗੌਰਮੈਂਟ ਵਾਜ਼ ਸੈਟ ਅਪ ਇਨ 1954 ਅੰਡਰ ਦੀ ਆਰਟੀਕਲ 263 ਦੇ ਅੰਦਰ, ਠੀਕ ਹੈ ਜੀ। ਇਹ ਸੈਟਅਪ ਕੀਤੀ ਗਈ ਸੀ ਕਨਸਟੀਟਿਊਸ਼ਨ ਬਾਈ ਐਨ ਆਰਡਰ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਓਰੀਜਨਲੀ ਇਟ ਵਾਜ਼ ਨੋਨ ਐਜ਼ ਸੈਂਟਰਲ ਕੌਂਸਲ ਆਫ ਲੋਕਲ ਸੈਲਫ ਗੌਰਮੈਂਟ, ਠੀਕ ਹੈ। ਸੋ ਬਹੁਤ ਸੋ ਆਹ ਮੇਰਾ ਪੁਆਇੰਟ ਐਡ ਕੀਤਾ ਹੀ ਹੋਇਆ ਵਾ ਤੁਹਾਨੂੰ। ਲਾਰਡ ਰਿਪਨ ਨੇ ਜਿਹੜੇ ਉਹਨਾਂ ਨੂੰ ਰਿਗਾਰਡਡ ਐਜ਼ ਦਾ ਫਾਦਰ ਆਫ ਦਾ ਲੋਕਲ ਸੈਲਫ ਗੌਰਮੈਂਟ ਇਨ ਇੰਡੀਆ, ਠੀਕ ਹੈ। ਬਹੁਤ ਇੰਪੋਰਟੈਂਟ ਕੁਐਸਚਨ ਆ। 125 ਨੰਬਰ ਕੁਐਸਚਨ ਤੇ ਆਪਾਂ ਚਲੇ ਗਏ। ਇਹਨਾਂ ਦੇ ਵਿੱਚੋਂ ਕਿਹੜੀ ਕਮੇਟੀ ਨੇ ਭਾਰਤ ਦੇ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦੀ ਸਿਫਾਰਿਸ਼ ਕੀਤੀ ਸੀ ਜੀ? ਪੰਛੀ ਕਮਿਸ਼ਨ ਹੋ ਗਿਆ, ਬਲਵੰਤ ਰਾਏ ਮਹਿਤਾ ਕਮੇਟੀ, ਸਿੰਘਾਵੀ ਕਮੇਟੀ ਜਾਂ ਸਿਵਰਮਨ ਕਮੇਟੀ। ਸੋ ਬੀ ਆਨਸਰ ਸਾਡਾ ਬਿਲਕੁਲ ਸਹੀ ਆਉਂਦਾ। ਬਲਵੰਤ ਰਾਏ ਮਹਿਤਾ ਕਮੇਟੀ ਨੇ ਪੰਚਾਇਤੀ ਰਾਜ ਪ੍ਰਣਾਲੀ ਦੀ 1957 ਦੇ ਵਿੱਚ ਸਿਫਾਰਿਸ਼ ਕੀਤੀ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਜੀ, ਪੇਪਰ 'ਚ ਆ ਚੁੱਕਿਆ ਹੈ। ਭਾਰਤ ਦੀ ਪੰਚਾਇਤੀ ਰਾਜ ਪ੍ਰਣਾਲੀ ਦੇ ਵਿੱਚ ਕਿੰਨੇ ਪੱਧਰ ਹਨ, ਮਤਲਬ ਕਿੰਨੇ ਟੀਅਰ ਨੇ ਇਹਦੇ? 1 ਟੀਅਰ, 2, 3 ਜਾਂ 4? ਇਹ ਹੈਗਾ ਜੀ 3 ਟੀਅਰ ਨੇ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। ਹੁਣ ਇਹਨੂੰ ਆਪਾਂ ਡਿਟੇਲ 'ਚ ਕਰਦੇ ਹਾਂ ਜੀ ਥੋੜ੍ਹਾ ਜਿਹਾ। 3 ਟੀਅਰ ਅਰੇਂਜਡ ਇਨ ਦਾ ਗ੍ਰਾਮ ਪੰਚਾਇਤ ਹੋ ਗਈ, ਪੰਚਾਇਤ ਸਮਿਤੀ ਹੋ ਗਈ ਅਤੇ ਜ਼ਿਲ੍ਹਾ ਪਰਿਸ਼ਦ ਹੋ ਗਈ। ਬਹੁਤ ਇੰਪੋਰਟੈਂਟ ਹੈ। ਤਿੰਨੇ ਤੁਹਾਨੂੰ ਪੁਆਇੰਟ ਯਾਦ ਹੋਣੇ ਚਾਹੀਦੇ ਆ। ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਹ ਚੀਜ਼ ਪੋਲਿਟੀ ਦੀ ਕਲਾਸ 'ਚ ਕਰਵਾ ਚੁੱਕਿਆ। ਸੋ ਪੋਲਿਟੀ ਦਾ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਲਿੰਕ ਪਾ ਦਾਂਗਾ, ਠੀਕ ਹੈ, ਡਿਸਕ੍ਰਿਪਸ਼ਨ ਦੇ ਵਿੱਚ। ਇਹਦੀ ਪਲੇਲਿਸਟ 'ਤੇ ਜਾ ਕੇ ਜਿਨ੍ਹਾਂ ਬੱਚਿਆਂ ਨੇ ਨਹੀਂ ਕੀਤੀ ਇਹਨੂੰ ਜ਼ਰੂਰ ਕਰ ਲਵੋ ਜੀ, ਚਾਹੇ ਲੂਸ਼ਨ ਤੋਂ ਕਰ ਲਓ ਚਾਹੇ ਕਿਤੋਂ ਹੋਰ ਕਰ ਲਓ। ਬਹੁਤ ਇੰਪੋਰਟੈਂਟ ਟੌਪਿਕ ਹੈ ਜੀ ਪੋਲਿਟੀ ਦਾ ਹੈ। 3 ਟੀਅਰਸ ਆਰ ਪੰਚਾਇਤੀ ਰਾਜ ਇੰਸਟੀਟਿਊਸ਼ਨ ਵਿਲੇਜ ਲੈਵਲ, ਬਲਾਕ ਲੈਵਲ ਅਤੇ ਡਿਸਟ੍ਰਿਕਟ ਲੈਵਲ। 3 ਪੱਧਰ ਹੁੰਦੇ ਨੇ ਜੀ ਇਹਦੇ। ਨੈਕਸਟ ਚੱਲਦੇ ਹਾਂ ਜੀ ਆਪਾਂ 127 ਨੰਬਰ ਕੁਐਸਚਨ 'ਤੇ। ਪੰਚਾਇਤੀ ਰਾਜ ਸਭ ਤੋਂ ਪਹਿਲਾਂ ਕਿਹੜੇ ਰਾਜ ਹੇਠ ਲਿਖਿਆਂ ਦੇ ਵਿੱਚੋਂ ਕਿਸ ਰਾਜ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ? ਰਾਜਸਥਾਨ, ਗੁਜਰਾਤ, ਯੂਪੀ, ਬਿਹਾਰ। ਬੇਸਿਕ ਜਿਹੇ ਕੁਐਸਚਨ ਨੇ, ਕਈ ਵਾਰ ਇਹ ਵੀ ਗਲਤ ਹੋ ਜਾਂਦੇ ਹੁੰਦੇ ਨੇ ਪੇਪਰਾਂ ਦੇ ਵਿੱਚ ਜੇਕਰ ਤੁਸੀਂ ਉਹਨੂੰ 2-3 ਵਾਰੀ ਰਿਵਾਈਜ਼ ਨਹੀਂ ਕੀਤਾ ਹੋਇਆ। ਸੋ ਰਾਜਸਥਾਨ ਦੇ ਵਿੱਚ ਸਭ ਤੋਂ ਪਹਿਲੀ ਵਾਰ ਪੰਚਾਇਤੀ ਰਾਜ ਇੰਟਰੋਡਿਊਸ ਹੋਇਆ ਸੀ ਜੀ ਆਪਣੇ। ਕਦੋਂ ਹੋਇਆ ਸੀ ਜੀ? ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ। ਨਾਗੌਰ ਡਿਸਟ੍ਰਿਕਟ ਦੇ ਵਿੱਚ ਰਾਜਸਥਾਨ ਦੇ ਵਿੱਚ ਅਡੋਪਟ ਕੀਤਾ ਸੀ ਇਹਨਾਂ ਨੇ 2 ਅਕਤੂਬਰ 1959 ਨੂੰ। ਸੈਕਿੰਡ ਸਟੇਟ ਕਿਹੜੀ ਸੀ ਜੀ? ਆਂਧਰਾ ਪ੍ਰਦੇਸ਼। ਦੋਨੇ ਸਟੇਟਾਂ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਖਾਸ ਕਰ ਪਹਿਲੀ ਦਾ ਨਾਗੌਰ ਡਿਸਟ੍ਰਿਕਟ ਦਾ ਤੁਹਾਨੂੰ ਪੱਕਾ ਯਾਦ ਹੋਣਾ ਚਾਹੀਦਾ, 2 ਅਕਤੂਬਰ 1959। ਨੈਕਸਟ ਚੱਲਦੇ ਹਾਂ। 128 ਨੰਬਰ ਕੁਐਸਚਨ ਦੇ ਵਿੱਚ ਪੁੱਛਿਆ ਜਾ ਰਿਹਾ ਸਾਡੇ ਕੋਲੇ ਕਿ ਸੰਵਿਧਾਨ ਦਾ ਕਿਹੜਾ ਅਨੁਛੇਦ, ਕਿਹੜਾ ਆਰਟੀਕਲ ਆ ਜਿਹੜਾ ਇਹ ਦਰਸਾਉਂਦਾ ਕਿ ਰਾਜ ਜਿਹੜਾ ਆਪਣੀ ਸਟੇਟ ਆ, ਸਟੇਟ ਸ਼ੈਲ ਟੇਕ ਸਟੈਪ ਟੂ ਆਰਗੇਨਾਈਜ਼ ਵਿਲੇਜ ਪੰਚਾਇਤ, ਠੀਕ ਹੈ ਜੀ। ਰਾਜ ਆ ਜਿਹੜਾ ਇੱਕ ਰਾਜ ਹੋ ਗਿਆ, ਇੱਕ ਸਟੇਟ ਹੋ ਗਈ ਆਪਣੀ, ਠੀਕ ਹੈ, ਗ੍ਰਾਮ ਪੰਚਾਇਤਾਂ ਨੂੰ ਸੰਗਠਿਤ ਕਰਨ ਲਈ ਕਦਮ ਚੁੱਕੇਗਾ। ਆਰਟੀਕਲ 40, 25, 38 ਜਾਂ
38 ਜਾਂ 39 ਦੱਸੋ ਜੀ ਕਿਹੜਾ ਆਨਸਰ ਇਹਦੇ ਵਿੱਚ ਸਹੀ ਬਣੇਗਾ ਜੀ। ਸੋ ਇਹ ਤੁਹਾਨੂੰ ਮੈਂ ਪਹਿਲਾਂ ਵੀ ਬਹੁਤ ਵਾਰ ਕਰਾਇਆ ਹੈ ਅਤੇ ਪੇਪਰ 'ਚ ਆ ਵੀ ਚੁੱਕਿਆ। ਆਰਟੀਕਲ 40 ਸਾਨੂੰ ਇਹ ਚੀਜ਼ ਦਰਸਾਉਂਦਾ, ਠੀਕ ਹੈ। DPSP ਦੇ ਵਿੱਚ ਦਰਜ ਆ ਇਹ ਆਪਣੇ, ਠੀਕ ਆ। ਸੋ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਕਿਹੜੇ ਪਾਰਟ 'ਚ ਦਰਜ ਆ। ਸੋ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਅੰਡਰ ਆਉਂਦਾ ਵਾ, ਠੀਕ ਆ, ਜਿਹੜਾ ਕਿ ਰਾਜਾਂ ਨੂੰ ਇਹ ਕਰਦਾ ਕਿ ਗ੍ਰਾਮ ਪੰਚਾਇਤਾਂ ਨੂੰ ਸੰਗਠਿਤ ਕਰਨ ਲਈ ਰਾਜ ਕਦਮ ਚੁੱਕੇਗਾ ਇੱਕ, ਅਤੇ ਉਹਨਾਂ ਨੂੰ ਅਜਿਹੀਆਂ ਸ਼ਕਤੀਆਂ ਦੇ ਅਧਿਕਾਰ ਪ੍ਰਦਾਨ ਕਰਦਾ ਵਾ ਜੀ। ਨੈਕਸਟ ਚੱਲਦੇ ਹਾਂ ਜੀ ਆਪਾਂ 129 ਨੰਬਰ ਕੁਐਸਚਨ। ਸੰਵਿਧਾਨ ਦੀ ਕਿਹੜੀ ਸੋਧ ਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਜੀ। ਦਾ ਕੌਨਸਟੀਟਿਊਸ਼ਨਲ, ਸੀਗਾ ਜੀ, ਇੱਥੇ ਪੰਚਾਇਤੀ ਰਾਜਾਂ ਦੀ ਗੱਲ ਹੋ ਰਹੀ ਹੈ। ਉੱਪਰ ਆਪਾਂ ਮਿਊਨਿਸਪੈਲਿਟੀਜ਼ ਦੀ ਗੱਲ ਕੀਤੀ ਸੀ। 72ਵੀਂ ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1992, 73ਵੀਂ ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1992, 74ਵੀਂ 92 ਜਾਂ 76ਵੀਂ 94। ਸੋ ਇਹਦਾ ਸਹੀ ਆਨਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਬੀ ਆਨਸਰ ਇਹਦਾ ਬਿਲਕੁਲ ਸਹੀ ਬਣਦਾ ਹੈ। 73ਵੀਂ ਅਮੈਂਡਮੈਂਟ ਐਕਟ 1992 ਪੰਚਾਇਤੀ ਰਾਜ ਨਾਲ ਸੰਬੰਧਿਤ ਆ, ਇਹ ਯਾਦ ਕਰ ਲਿਓ, ਠੀਕ ਆ ਜੀ। 74ਵੀਂ ਆ ਜਿਹੜੀ ਉਹ ਮਿਊਨਿਸਪੈਲਿਟੀਜ਼ ਦੇ ਨਾਲ ਹੀ ਆ, ਕੋਈ ਖਾਸ ਬਾਹਲੀ ਵੱਡੀ ਗੱਲ ਨਹੀਂ। ਪੇਪਰ 'ਚ ਆਉਂਦਾ ਵਾ, ਰਿਪੀਟਡ ਕੁਐਸਚਨ ਆ ਜੀ, ਮੋਸਟ ਰਿਪੀਟਡ ਕੁਐਸਚਨ ਆ ਪੇਪਰ 'ਚ। ਸੋ ਇਹਨਾਂ 'ਚੋਂ ਆਪਾਂ ਪੱਕੇ ਨੰਬਰ ਲੈਣੇ ਨੇ, ਇਹ ਨੰਬਰ ਤਾਂ ਆਪਾਂ ਬਿਲਕੁਲ ਹੀ ਨਹੀਂ ਘਟਾ ਸਕਦੇ। ਜੇਕਰ ਇਹੋ ਜਿਹੇ ਕੁਐਸਚਨ ਦੇ ਵਿੱਚੋਂ ਵੀ ਸਾਡੇ ਨੰਬਰ ਕੱਟਦੇ ਨੇ ਤਾਂ ਆਪਾਂ ਜਿਹੜੀ ਅੱਜ ਕੱਲ੍ਹ ਦੇ ਜੋ ਮੁਕਾਬਲੇ ਦਾ ਟਾਈਮ ਚੱਲ ਰਿਹਾ ਵਾ, ਹੈ ਨਾ, ਕੰਪੀਟੀਸ਼ਨ ਹੈਗਾ ਵਾ ਇਸ ਟਾਈਮ ਦੇ ਉੱਤੇ ਗੌਰਮੈਂਟ ਜੋਬ ਦੇ ਲਈ ਜਿਹੜੇ ਤਿਆਰੀ ਕਰਦੇ ਨੇ ਐਸਪੀਰੈਂਟ, ਤਾਂ ਬਹੁਤ ਪਿੱਛੇ ਰਹਿ ਜਾਵਾਂਗੇ ਜੀ। ਨੈਕਸਟ, ਰੂਰਲ ਡਿਵੈਲਪਮੈਂਟ ਇਜ਼ ਵਨ ਆਫ ਦਾ ਮੇਨ ਆਬਜੈਕਟਿਵ ਆਫ ਪੰਚਾਇਤੀ ਰਾਜ ਐਂਡ ਹੈਜ਼ ਬੀਨ ਐਸਟੈਬਲਿਸ਼ਡ ਇਨ ਦਾ ਆਲ ਸਟੇਟਸ ਇਨ ਇੰਡੀਆ, ਠੀਕ ਹੈ। ਸਾਰੀਆਂ ਸਟੇਟਸ ਦੇ ਵਿੱਚ ਹੈਗਾ, ਪਰ ਨਾਗਾਲੈਂਡ, ਮੇਘਾਲਿਆ ਐਂਡ ਮਿਜ਼ੋਰਮ ਇਨ ਆਲ ਯੂਟੀ ਐਕਸਪੈਕਟ ਦਿੱਲੀ ਨੂੰ ਛੱਡ ਕੇ, ਅਤੇ ਸਟੇਟ ਦੇ ਵਿੱਚ ਨਾਗਾਲੈਂਡ, ਮੇਘਾਲਿਆ ਅਤੇ ਮਿਜ਼ੋਰਮ ਨੂੰ ਛੱਡ ਕੇ ਹਰੇਕ ਦੇ ਵਿੱਚ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ ਜੀ। ਹੁਣ ਜੀ ਕਿਹਦੇ ਵਿੱਚ ਦਰਜ ਆ ਜੀ, ਪਾਰਟ 9 ਦੇ ਵਿੱਚ, ਪਾਰਟ 9 ਯਾਦ ਕਰ ਲਿਓ, ਠੀਕ ਹੈ। 11th ਸ਼ਡਿਊਲ ਆਫ ਦਾ ਕੌਨਸਟੀਟਿਊਸ਼ਨ, 11ਵਾਂ ਸ਼ਡਿਊਲ ਐਡ ਹੋਇਆ 243 ਤੋਂ ਲੈ ਕੇ 243 ਉਹ ਤੱਕ ਆਰਟੀਕਲ ਪੰਚਾਇਤੀ ਰਾਜ ਨਾਲ ਸੰਬੰਧਿਤ ਨੇ, ਕਰ ਲਿਓ ਜੀ ਇਹਨੂੰ। ਸੋ ਜੀ ਨੈਕਸਟ ਚੱਲਦੇ ਹਾਂ ਆਪਾਂ। ਸੋ ਜੀ 130 ਨੰਬਰ ਕੁਐਸਚਨ 'ਤੇ ਆਪਾਂ ਆ ਗਏ ਹਾਂ। ਇਹਨਾਂ ਨੂੰ ਆਪਾਂ ਕਰੈਕਟ ਮੀਨਿੰਗ ਦੇ ਨਾਲ ਮਿਲਾਉਣਾ ਵਾ ਕਿ ਕਿਹੜੀ ਰਿਟ ਦੇ ਸੰਬੰਧ ਕਿਹਦੇ ਨਾਲ ਆ, ਠੀਕ ਹੈ। ਰਿਟ ਬਾਰੇ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਬਹੁਤ ਵਾਰੀ ਆਪਾਂ ਤੁਹਾਨੂੰ ਪੜ੍ਹਾਈ ਹੋਈ ਆ। ਜੇਕਰ ਨਹੀਂ ਪੜ੍ਹੀ ਤਾਂ ਤੁਸੀਂ ਜਾ ਕੇ ਆਪਣਾ ਪੋਲਿਟੀ ਦਾ ਚੈਪਟਰ ਦੇਖੋ ਜੀ। ਹੈਬੀਅਸ ਕਾਰਪਸ ਆ ਜਿਹੜੀ, ਠੀਕ ਆ, ਇਹਦਾ ਬਣਦਾ ਜੀ ਆਪਣਾ ਯੂ ਹੈਵ, ਮੇ ਹੈਵ ਦਾ ਬੋਡੀ, ਠੀਕ ਆ। ਸੋ ਪਹਿਲੇ ਦਾ ਸੀ ਆ ਗਿਆ। ਮੈਂਡਾਮਸ ਦੀ ਜੇਕਰ ਆਪਾਂ ਗੱਲ ਕਰੀਏ, ਸੋ ਇਹ ਜਿਹੜੇ ਕੁਐਸਚਨ ਨੇ ਨਾ ਬਹੁਤ ਸਿੱਧੇ ਪੁੱਛੇ ਜਾਂਦੇ ਨੇ ਪੇਪਰ 'ਚ, ਯਾਦ ਹੋਣੇ ਚਾਹੀਦੇ। ਇਹਨੂੰ ਮੈਂ ਤੁਹਾਡਾ ਥੋੜ੍ਹਾ ਜਿਹਾ ਇਹਨੂੰ ਇਸ ਤਰ੍ਹਾਂ ਕਰਦਾ ਕਿ ਇਹਦੇ ਵਾਈਜ਼ ਮਿਲਾਓ, ਸੋ ਜਿਹਦੇ ਨਾਲ ਤੁਹਾਨੂੰ ਸਾਰੀਆਂ ਰੇਟਾਂ ਤੁਹਾਨੂੰ ਯਾਦ ਆ ਤਾਂ ਜੀ। ਮੈਂਡਾਮਸ ਦਾ ਮਤਲਬ ਹੁੰਦਾ ਟੂ ਕਮਾਂਡ, ਠੀਕ ਆ, ਇਹ ਵੀ ਜ਼ਿਆਦਾ ਸੀਗਾ। ਸਿਰਟੇਰੀ ਦੀ ਜੇਕਰ ਆਪਾਂ ਗੱਲ ਕਰੀਏ, ਇਹ ਵੀ ਬਹੁਤ ਇੰਪੋਰਟੈਂਟ ਰੇਟ ਆ ਜੀ। ਇਹ ਵੀ ਪੁੱਛਿਆ ਟੂ ਇਨਫੋਰਮ ਵੀ ਆ ਜਾਂਦਾ, ਠੀਕ ਆ ਜੀ। ਇਹਦਾ ਕਿਉ ਵਾਰੰਟੋ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਆਉਂਦਾ ਬਾਈ ਵਟ ਵਾਰੰਟ। ਇਹ ਹੋ ਗਿਆ ਜੀ ਸਾਡੇ ਕੋਲ ਡੀ ਆਨਸਰ ਇਹਦਾ ਬਿਲਕੁਲ ਸਹੀ ਬਣ ਰਿਹਾ, ਠੀਕ ਆ ਜੀ। ਰਿਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ 5 ਪ੍ਰਕਾਰ ਦੀ ਰਿਟ ਹੁੰਦੀ ਆ, ਠੀਕ ਆ ਜੀ। ਰਿਟਸ ਆਰ ਰਿਟਨ ਇਨ ਦਾ ਆਰਡਰ ਆਫ ਦਾ ਸੁਪਰੀਮ ਕੋਰਟ ਔਰ ਹਾਈ ਕੋਰਟ, ਠੀਕ ਆ ਜੀ। ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਇਹ ਅਧਿਕਾਰ ਆ ਕਿ ਉਹ ਰਿਟ ਇਸ਼ੂ ਕਰ ਸਕਦੇ ਆ ਜੇਕਰ ਕਿਸੇ ਇੰਡੀਅਨ ਸਿਟੀਜ਼ਨ ਦੇ ਫੰਡਾਮੈਂਟਲ ਰਾਈਟਸ ਦਾ ਵਾਇਲੇਟ ਹੋ ਰਹੇ ਨੇ, ਠੀਕ ਆ। ਸੋ 226 ਨੰਬਰ ਆਰਟੀਕਲ ਪਾਵਰ ਦਿੰਦਾ ਵਾ ਹਾਈ ਕੋਰਟ ਨੂੰ ਰਿਟ ਇਸ਼ੂ ਕਰਨ ਦੀ, ਅਤੇ ਆਰਟੀਕਲ 32 ਨੰਬਰ ਪਾਵਰ ਦਿੰਦਾ ਵਾ, ਆਰਟੀਕਲ 32 ਪਾਵਰ ਦਿੰਦਾ ਸੁਪਰੀਮ ਕੋਰਟ ਨੂੰ ਰਿਟ ਇਸ਼ੂ ਕਰਨ ਦੀ, ਠੀਕ ਆ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ। ਸੋ 5 ਪ੍ਰਕਾਰ ਦੀ ਰਿਟ ਆ, ਬਾਕੀ ਆਪਾਂ ਤੁਹਾਨੂੰ ਕਰਵਾਤੀ ਹੋਈ ਆ। ਇੱਕ ਤੁਹਾਨੂੰ ਆਪਾਂ ਪ੍ਰੋਹਿਬਿਸ਼ਨ ਨਹੀਂ ਸੀ ਕਰਵਾਈ, ਜਿਹਦਾ ਮਤਲਬ ਆ ਟੂ ਫਾਰਵਰਡ। ਡਿਟੇਲ 'ਚ ਕਰਨੀ ਚਾਹੀਦੀ ਹੈ ਵੈਸੇ ਤੁਹਾਨੂੰ, ਤੁਹਾਡੇ ਲਈ ਵੀ ਬਹੁਤ ਵਧੀਆ ਚੀਜ਼ ਆ ਇਹ, ਸਿੱਖਣ ਨੂੰ ਤੁਹਾਨੂੰ ਮਿਲੇਗਾ। ਸੋ ਕਰ ਸਕਦੇ ਹੋ ਤੁਸੀਂ। 131 ਨੰਬਰ ਕੁਐਸਚਨ, 131 ਨੰਬਰ ਕੁਐਸਚਨ 'ਚ ਪੁੱਛਿਆ ਜਾ ਰਿਹਾ ਕਿ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦੇ 7 ਮੈਂਬਰਾਂ ਦੇ ਵਿੱਚੋਂ ਇਹਨਾਂ 'ਚੋਂ ਕੌਣ ਨਹੀਂ ਗਾ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਜੀ। GB ਮਾਵਲਕਰ, ਡਾਕਟਰ KM ਮੁਨਸ਼ੀ, ਸਈਦ ਮੁਹੰਮਦ ਸ਼ਾਦੁੱਲਾ ਜਾਂ ਅੱਲਾ ਦੀ ਕ੍ਰਿਸ਼ਨਾ ਵਾਮੀ ਯਾਰ। ਬਹੁਤ ਇੰਪੋਰਟੈਂਟ ਆ ਜੀ ਇਹਦਾ ਜੀ। GM ਮਾਵਲਕਰ ਆ, ਉਹਨਾਂ ਦੇ 7 ਮੈਂਬਰਾਂ ਦੀ ਜਿਹੜੀ ਡਰਾਫਟਿੰਗ ਕਮੇਟੀ ਸੀ ਕੌਨਸਟੀਟਿਊਸ਼ਨ ਅਸੈਂਬਲੀ ਦੀ, ਇਹਦੇ ਮੈਂਬਰ ਨਹੀਂ ਸੀ। GB ਮਾਵਲਕਰ ਕੌਣ ਸੀ? ਇਹ ਆਪਣੇ ਫਸਟ ਸਪੀਕਰ ਸੀ ਲੋਕ ਸਭਾ ਦੇ, ਠੀਕ ਹੈ। ਇਹ ਵੀ ਪੇਪਰ 'ਚ ਬਹੁਤ ਵਾਰ ਪੁੱਛਿਆ ਜਾ ਚੁੱਕਿਆ ਵਾ। ਸੋ ਇੱਕ ਹੋਰ ਤੁਹਾਡਾ ਕੁਐਸਚਨ ਕਵਰ ਹੋ ਗਿਆ। ਡਰਾਫਟਿੰਗ ਕਮੇਟੀ ਦੇ ਮੈਂਬਰਾਂ ਦੇ ਨਾਮ ਤੁਹਾਨੂੰ ਸਿੱਧੇ ਡਾਇਰੈਕਟ ਯਾਦ ਹੋਣੇ ਚਾਹੀਦੇ ਆ, ਠੀਕ ਆ। ਡਾਕਟਰ BR ਅੰਬੇਦਕਰ ਇਹਦੇ ਚੇਅਰਮੈਨ ਸੀ। N ਗੋਪਾਲ ਸਵਾਮੀ, ਠੀਕ ਆ, ਅੰਗਾਰ ਹੋ ਗਏ। ਅੱਲਾ ਦੀ ਕ੍ਰਿਸ਼ਨਾ ਵਾਮੀ ਏਅਰ, ਇਹ ਕ੍ਰਿਸ਼ਨਾ ਸਵਾਮੀ ਏਅਰ, ਠੀਕ ਹੈ ਜੀ। ਇਹ ਵੀ ਹੋ ਗਏ। ਡਾਕਟਰ KM ਮੁਨਸ਼ੀ ਹੋ ਗਏ। ਸਈਦ ਮੁਹੰਮਦ ਸ਼ਾਦੁੱਲਾ ਹੋ ਗਏ। N ਮਾਧਵਾ ਰਾਓ ਹੋ ਗਏ ਅਤੇ TT ਕ੍ਰਿਸ਼ਨਾ ਮਚਾਰੀ ਹੋ ਗਏ। ਇਹ ਜ਼ਰੂਰ ਯਾਦ ਹੋਣੇ ਚਾਹੀਦੇ। ਸੱਤੇ ਦੇ ਸੱਤੇ ਨਾਮ ਤੁਸੀਂ ਯਾਦ ਕਰ ਲਓ। ਸੋ ਪੇਪਰ 'ਚ ਪੁੱਛਿਆ ਜਾਂਦਾ ਕਈ ਵਾਰ ਕਿ ਹਾਂਜੀ ਦੱਸੋ ਇਹਨਾਂ 'ਚ ਕੌਣ ਸੀਗਾ ਕੌਣ ਨਹੀਂ ਸੀਗਾ।
ਇੰਡੀਆ ਦੇ ਵਿੱਚ ਹਾਈ ਕੋਰਟ ਦੀ ਸਥਾਪਨਾ ਕਦੋਂ ਹੋਈ ਸੀ, ਕਿਹੜੇ ਸਾਲ ਦੇ ਵਿੱਚ? ਠੀਕ ਆ, 1852, 1860, 1862 ਜਾਂ 1935। ਸੀ ਆਪਸ਼ਨ ਸਾਡੀ ਸਹੀ ਬਣਦੀ ਹੈ ਜੀ, 1862 ਦੇ ਵਿੱਚ ਹਾਈ ਕੋਰਟ ਦੀ ਸਥਾਪਨਾ ਹੋਈ ਸੀ। ਇੰਸਟੀਟਿਊਸ਼ਨ ਆਫ ਦਾ ਹਾਈ ਕੋਰਟ ਓਰੀਜੀਨੇਟਡ ਇਨ ਦਾ ਇੰਡੀਆ ਇਨ ਦੀ ਈਅਰ 1862। ਵੈਨ ਦਾ ਹਾਈ ਕੋਰਟ ਵਾਜ਼ ਸੈਟ ਅਪ ਐਟ ਦਾ ਕਲਕੱਤਾ, ਬੰਬੇ ਤੇ ਮਦਰਾਸ। ਫੈਡਰਲ ਕੋਰਟ ਆਫ ਇੰਡੀਆ ਵਾਜ਼ ਏ ਜੁਡੀਸ਼ਰੀ ਬੋਡੀ, ਠੀਕ ਹੈ ਜੀ, ਐਸਟੈਬਲਿਸ਼ਡ ਇਨ 1937। ਜੇਕਰ ਆਪਾਂ ਨੂੰ ਪੁੱਛਿਆ ਫੈਡਰਲ ਕੋਰਟ, ਠੀਕ ਆ, ਫੈਡਰਲ ਕੋਰਟ ਦੀ ਸਥਾਪਨਾ ਹੋਈ ਸੀ 1937 ਜੀ। ਹਾਈ ਕੋਰਟ ਦੀ ਹੋਈ ਸੀ ਜੀ 1862 ਚ, ਸੌਰੀ, ਠੀਕ ਆ ਜੀ। ਗੌਰਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਸਥਾਪਨਾ ਹੋਈ ਸੀ ਫੈਡਰਲ ਕੋਰਟ ਦੀ, ਠੀਕ ਆ ਜੀ, ਜਿਹਦੇ ਵਿੱਚ ਕਿ ਓਰੀਜਨਲ ਅਪੀਲ ਐਂਡ ਤੇ ਐਡਵਾਈਜ਼ਰੀ ਯੂਰਿਸਡਿਕਸ਼ਨ ਸੀਗੀਆਂ ਇਹਦੇ ਵਿੱਚ। ਇਟ ਇਜ਼ ਫੰਕਸ਼ਨ ਅੰਟਿਲ, ਸੋ ਸੁਪਰੀਮ ਕੋਰਟ 1950 ਤੱਕ, ਜਦੋਂ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀ 1950 ਦੇ ਵਿੱਚ, ਉਦੋਂ ਤੱਕ ਇਹ ਫੰਕਸ਼ਨ ਕਰਦੀ ਰਹੀ ਸੀ ਫੈਡਰਲ ਕੋਰਟ ਆਫ ਇੰਡੀਆ। ਦਾ ਫਸਟ ਚੀਫ ਜਸਟਿਸ ਜਿਹੜੇ ਸੀਗੇ ਇਹ ਸੀਗੇ ਜੀ ਸਰ ਮਯੂਰਿਸ ਗੋਇਰ, ਇਹਨੂੰ ਤੁਸੀਂ ਜ਼ਰੂਰ ਯਾਦ ਰੱਖਿਓ, ਠੀਕ ਆ, ਫੈਡਰਲ ਕੋਰਟ ਦੇ। ਐਂਡ ਦਾ ਅਦਰ ਟੂ ਜਜਸ ਵਰ ਸਰ ਸ਼ਾਹ ਮੁਹੰਮਦ ਸੁਲੇਮਾਨ ਤੇ MR ਜੈਕਰ। ਫੈਡਰਲ ਕੋਰਟ ਆਫ ਇੰਡੀਆ ਦੀ ਗੱਲ ਹੋ ਰਹੀ ਆ। HJ ਕਾਨੀਆ ਨੇ ਜਿਹੜੇ ਇਹਨਾਂ ਨੇ ਸਰਵ ਕੀਤਾ ਸੀ ਪਹਿਲੇ ਚੀਫ ਜਸਟਿਸ ਆਫ ਇੰਡੀਆ 1950 ਦੇ ਵਿੱਚ, ਜਦੋਂ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀ, ਠੀਕ ਹੈ ਜੀ। ਸੋ ਨੈਕਸਟ ਆਪਾਂ ਚੱਲਦੇ ਹਾਂ ਜੀ। ਸੋ ਫਸਟ ਫੀਮੇਲ ਚੀਫ ਜਸਟਿਸ ਆਫ ਦਾ ਸੁਪਰੀਮ ਕੋਰਟ ਹੈਗੇ ਨੇ ਜੀ ਆਪਣੇ ਫਾਤਿਮਾ ਬੀਬੀ, ਅਪਾਇੰਟ ਹੋਏ ਸੀ ਇਹ 1999 ਦੇ ਵਿੱਚ। ਬਹੁਤ 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 ਇੰਪੋਰਟੈਂਟ ਕੁਐਸਚਨ ਆ ਜੀ ਇਹ। ਸੋ ਨੈਕਸਟ ਆਪਾਂ ਗੱਲ ਕਰੀਏ ਦਾ ਰੈਗੂਲੇਟਿੰਗ ਐਕਟ ਆਫ 1773 ਐਸਟੈਬਲਿਸ਼ਡ ਇਨ ਦਾ ਸੁਪਰੀਮ ਕੋਰਟ, ਠੀਕ ਆ ਜੀ। ਰੈਗੂਲੇਟਿੰਗ ਐਕਟ ਦੇ ਤਹਿਤ ਸੁਪਰੀਮ ਕੋਰਟ ਦੀ ਸਥਾਪਨਾ ਹੋਈ ਸੀ ਫੋਰਟ ਵਿਲੀਅਮ ਕਲਕੱਤੇ ਦੇ ਵਿੱਚ। ਇਹ ਅਲੱਗ-ਅਲੱਗ ਆਪਣੇ ਕੁਐਸਚਨ ਬਣਦੇ ਨੇ, ਠੀਕ ਹੈ ਜੀ। ਸੋ ਦੋਸਤੋ ਇਹ ਸਾਰੇ ਪੁਆਇੰਟ ਬਹੁਤ ਹੀ ਇੰਪੋਰਟੈਂਟ ਪੁਆਇੰਟ ਨੇ, ਇਹਨੂੰ ਜ਼ਰੂਰ ਕਰਿਓ। HJ ਕਾਨੀਆਂ ਦਾ ਬਹੁਤ ਵਾਰ ਪੇਪਰ ਦੇ ਵਿੱਚ ਪੁੱਛ ਚੁੱਕੇ ਨੇ, ਤੇ ਫਾਤਿਮਾ ਬੀਬੀ ਬਾਰੇ ਵੀ ਬਹੁਤ ਵਾਰੀ ਪੁੱਛਿਆ ਜਾ ਚੁੱਕਿਆ ਵਾ ਕਿ ਪਹਿਲੇ ਜੱਜ ਕੌਣ ਨੇ ਜੀ ਸੁਪਰੀਮ ਕੋਰਟ ਦੇ? ਫਾਤਿਮਾ ਬੀਬੀ, ਅਪਾਇੰਟਡ ਇਨ। ਸੋ ਜੀ ਆ ਫੀਮੇਲ, ਫਸਟ ਫੀਮੇਲ ਚੀਫ ਜਸਟਿਸ ਲਿਖਿਆ ਗਿਆ ਜੀ। ਚੀਫ ਜਸਟਿਸ ਨਹੀਂ ਆਪਾਂ ਕਹਿ ਸਕਦੇ, ਠੀਕ ਹੈ ਜੀ, ਫਸਟ ਜੱਜ ਕਹਿ ਸਕਦੇ ਹਾਂ ਆਪਾਂ ਸੁਪਰੀਮ ਕੋਰਟ ਦੇ, ਕਿਉਂਕਿ ਚੀਫ ਜਸਟਿਸ ਨਹੀਂ ਸੀ ਇਹ। ਫਸਟ ਫੀਮੇਲ ਚੀਫ ਜਸਟਿਸ ਅਜੇ ਤੱਕ ਆਪਣੇ ਫਿਲਹਾਲ ਨਹੀਂ ਗੇ, ਠੀਕ ਹੈ ਜੀ। ਤੁਸੀਂ ਦੱਸਣਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਸਟ ਫੀਮੇਲ ਚੀਫ ਜਸਟਿਸ ਆਫ ਸੁਪਰੀਮ ਕੋਰਟ ਆਫ ਇੰਡੀਆ ਦੇ ਕੌਣ ਹੋਣਗੇ। ਸਰਚ ਕਰੋ, ਸਰਚ ਕਰਕੇ ਮੈਨੂੰ ਦੱਸੋ ਕਿ ਕੌਣ ਹੋਣਗੇ, ਠੀਕ ਹੈ। ਅਜੇ ਤੱਕ ਫਿਲਹਾਲ ਫੀਮੇਲ ਚੀਫ ਜਸਟਿਸ ਅਜੇ ਤੱਕ ਨਹੀਂ ਬਣੇਗੇ, ਠੀਕ ਹੈ। ਸੋ ਇਹ, ਠੀਕ ਹੈ ਜੀ, ਸੋ ਇਹ ਟਾਈਪਿੰਗ ਮਿਸਟੇਕ ਆ। ਫਸਟ ਫੀਮੇਲ ਚੀਫ ਜਸਟਿਸ ਨਾ, ਫਸਟ ਵੂਮਨ, ਫਸਟ ਫੀਮੇਲ ਜੱਜ ਆਫ ਸੁਪਰੀਮ ਕੋਰਟ ਇਨ ਇੰਡੀਆ। ਨੈਕਸਟ ਆਪਾਂ ਚੱਲਦੇ ਹਾਂ ਜੀ 133 ਨੰਬਰ। ਪਾਰਲੀਮੈਂਟ ਦੇ ਕਿਹੜੇ ਸਦਨ ਦੇ ਵਿੱਚ ਮਨੀ ਬਿੱਲ ਪੇਸ਼ ਕੀਤਾ ਜਾਂਦਾ ਹੈ? ਆਈਦਰ ਹਾਊਸ ਆਫ ਦਾ ਪਾਰਲੀਮੈਂਟ, ਮਤਲਬ ਕਿਸੇ ਵੀ ਹਾਊਸ ਦੇ ਵਿੱਚ, ਸਿਰਫ ਕੌਂਸਲ ਆਫ ਸਟੇਟ ਰਾਜ ਸਭਾ 'ਚ, ਓਨਲੀ ਹਾਊਸ ਆਫ ਦਾ ਪੀਪਲ ਲੋਕ ਸਭਾ, ਜਾਂ ਨਨ ਆਫ ਦੀ ਅਬਵ। ਬਹੁਤ ਬੇਸਿਕ ਜਿਹਾ ਕੁਐਸਚਨ ਹੈ। ਓਨਲੀ ਹਾਊਸ ਆਫ ਦਾ ਪੀਪਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ ਜੀ। ਮਨੀ ਬਿੱਲ ਕੈਨ ਬੀ ਇੰਟਰੋਡਿਊਸਡ ਇਨ ਦਾ ਲੋਕ ਸਭਾ ਇਨ ਦਾ ਸੈਂਟਰ ਪ੍ਰਾਇਰ ਰਿਕਮੈਂਡੇਸ਼ਨ ਆਫ ਪ੍ਰੈਜ਼ੀਡੈਂਟ ਦੀ ਰਿਕਮੈਂਡੇਸ਼ਨ ਦੇ ਉੱਤੇ ਇਹ ਮਤਲਬ ਇੰਟਰੋਡਿਊਸ ਕੀਤਾ ਜਾਂਦਾ ਸਿਰਫ ਤੇ ਸਿਰਫ ਲੋਕ ਸਭਾ 'ਚ, ਠੀਕ ਆ। ਡੈਫੀਨੇਸ਼ਨ ਜਿਹੜੀ ਮਨੀ ਬਿੱਲ ਦੀ ਆਰਟੀਕਲ 110 ਦੇ ਵਿੱਚ ਦਰਜ ਆ, ਇਹ ਵੀ ਤੁਹਾਨੂੰ ਯਾਦ ਹੋਣੀ ਚਾਹੀਦੀ ਆ। ਇਹ ਮਨੀ ਬਿੱਲ ਕੈਨ ਬੀ ਇੰਟਰੋਡਿਊਸ ਇਨ ਦਾ ਸਟੇਟ ਲੈਜਿਸਲੇਚਰ, ਠੀਕ ਆ। ਰਾਜ ਦਾ ਜਿਹੜਾ ਸਟੇਟ ਲੈਜਿਸਲੇਚਰ ਆ ਉਹਦੇ ਵਿੱਚ ਰਿਕਮੈਂਡੇਸ਼ਨ ਆਫ ਗਵਰਨਰ ਆ ਗਿਆ, ਪ੍ਰੈਜ਼ੀਡੈਂਟ ਦੀ ਜਗ੍ਹਾ ਗਵਰਨਰ ਆ ਗਿਆ, ਤੇ ਮਨੀ ਬਿੱਲ ਸ਼ੈਲ ਵੀ ਇੰਟਰੋਡਿਊਸ। ਮਨੀ ਬਿੱਲ ਸਿਰਫ ਤੇ ਸਿਰਫ ਵਿਧਾਨ ਸਭਾ ਦੇ ਵਿੱਚ ਪੇਸ਼ ਹੋਵੇਗਾ, ਰਾਜ ਦੇ ਵਿੱਚ, ਵਿਧਾਨ ਪਰਿਸ਼ਦ ਦੇ ਵਿੱਚ ਨਹੀਂ, ਠੀਕ ਆ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਅੱਗੇ ਚੱਲਦੇ ਹਾਂ ਜੀ ਆਪਾਂ 134 ਨੰਬਰ ਕੁਐਸਚਨ ਤੇ। ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਮੌਤ ਜਾਂ ਨਾ ਮੌਜੂਦ ਹੋਣ ਦੀ ਸਥਿਤੀ ਵਿੱਚ ਭਾਰਤ ਦੇ ਰਾਸ਼ਟਰਪਤੀ ਵਜੋਂ ਕੌਣ ਕੰਮ ਕਰੇਗਾ? ਪ੍ਰਾਈਮ ਮਿਨਿਸਟਰ ਆਫ ਇੰਡੀਆ, ਪਾਰਲੀਮੈਂਟਰੀ ਚੂਜ਼ਨ ਕੈਂਡੀਡੇਟ, ਚੀਫ ਜਸਟਿਸ ਆਫ ਇੰਡੀਆ, ਜਾਂ ਅਟਾਰਨੀ ਜਨਰਲ ਆਫ ਇੰਡੀਆ। ਇਹਦਾ ਸਹੀ ਆਨਸਰ ਬਣਦਾ ਜੀ ਚੀਫ ਜਸਟਿਸ ਆਫ ਇੰਡੀਆ, ਮਤਲਬ ਸੁਪਰੀਮ ਕੋਰਟ ਦਾ ਸਰਵੋਤਮ ਜੱਜ ਕਰੇਗਾ ਜੀ, ਠੀਕ ਆ। ਜੇਕਰ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਸੀਟ ਖਾਲੀ ਪਈ ਹੈ ਜੀ ਕਿਸੇ ਵੀ ਰੀਜ਼ਨ ਕਰਕੇ। ਇਨ ਕੇਸ ਆਫ ਦਾ ਆਫਿਸ ਆਫ ਦਾ ਪ੍ਰੈਜ਼ੀਡੈਂਟ ਫਾਲਸ ਵੈਕੈਂਟ ਡਿਊ ਟੂ ਡੈਥ, ਰੈਜ਼ੀਗਨੇਸ਼ਨ ਔਰ ਰਿਮੂਵਲ, ਦਾ ਵਾਈਸ ਪ੍ਰੈਜ਼ੀਡੈਂਟ, ਠੀਕ ਹੈ ਜੀ। ਸੋ ਅਗਰ ਪ੍ਰੈਜ਼ੀਡੈਂਟ ਹੈ ਨਹੀਂ, ਪਹਿਲਾਂ ਵਾਈਸ ਪ੍ਰੈਜ਼ੀਡੈਂਟ। ਜੇਕਰ ਵਾਈਸ ਪ੍ਰੈਜ਼ੀਡੈਂਟ ਵੀ ਅਵੇਲੇਬਲ ਤਾਂ ਚੀਫ ਜਸਟਿਸ ਆਫ ਇੰਡੀਆ ਕਰੇਗਾ, ਠੀਕ ਹੈ। ਜੇਕਰ ਚੀਫ ਜਸਟਿਸ ਵੀ ਹੈ ਨਾ, ਤਾਂ ਸੀਨੀਅਰ ਮੋਸਟ ਜੱਜ, ਜਿਹੜਾ ਸਭ ਤੋਂ ਸੀਨੀਅਰ ਜੱਜ ਹੋਊਗਾ ਸੁਪਰੀਮ ਕੋਰਟ ਦਾ, ਉਹ ਇਹਦਾ ਆਪਣਾ ਭਾਰ ਸੰਭਾਲੂਗਾ, ਠੀਕ ਆ। ਸੋ ਇਹ ਯਾਦ ਹੋਣੀ ਚਾਹੀਦੀ ਹੈ ਜੀ। 135 ਨੰਬਰ ਕੁਐਸਚਨ। ਸੰਵਿਧਾਨ ਦੀ ਕਿਹੜੀ ਧਾਰਾ ਰਾਸ਼ਟਰਪਤੀ ਨੂੰ ਫਾਈਨੈਂਸ਼ੀਅਲ ਐਮਰਜੈਂਸੀ ਦਾ ਐਲਾਨ ਕਰਨ ਦਾ ਅਧਿਕਾਰ ਦਿੰਦੀ ਆ? 352, 56, 60 ਜਾਂ 366? 360 ਨੰਬਰ ਆਰਟੀਕਲ ਅਧਿਕਾਰ ਦਿੰਦਾ ਪ੍ਰੈਜ਼ੀਡੈਂਟ ਨੂੰ। ਹਾਂਜੀ, ਤਿੰਨ ਟਾਈਪ ਦੀ ਐਮਰਜੈਂਸੀ ਹੁੰਦੀ ਆ ਆਪਣੇ ਕਨਸਟੀਟਿਊਸ਼ਨ ਆਫ ਇੰਡੀਆ 'ਚ, ਨੈਸ਼ਨਲ ਐਮਰਜੈਂਸੀ, ਸਟੇਟ ਐਮਰਜੈਂਸੀ ਤੇ ਫਾਈਨੈਂਸ਼ੀਅਲ ਐਮਰਜੈਂਸੀ। 352 ਨੰਬਰ ਆਰਟੀਕਲ ਦੇ ਵਿੱਚ
ਪਾਰਟ 18 ਦੇ ਵਿੱਚ ਦਰਜ ਆ ਜੀ ਨੈਸ਼ਨਲ ਐਮਰਜੈਂਸੀ ਦੀ। ਜੇਕਰ ਆਪਾਂ ਗੱਲ ਕਰੀਏ 356 ਨੰਬਰ ਆਰਟੀਕਲ ਸਟੇਟ ਐਮਰਜੈਂਸੀ ਨੂੰ ਕਰਦਾ, ਜਿਹਨੂੰ ਆਪਾਂ ਪ੍ਰੈਜ਼ੀਡੈਂਟ ਰੂਲ ਰਾਸ਼ਟਰਪਤੀ ਰਾਜ ਵੀ ਕਹਿ ਦਿੰਦੇ ਆ। 360 ਨੰਬਰ ਆਰਟੀਕਲ ਸਾਡਾ ਫਾਈਨੈਂਸ਼ੀਅਲ ਐਮਰਜੈਂਸੀ ਦੇ ਨਾਲ ਸੰਬੰਧ ਕਰਦਾ ਵਾ। ਸੋ ਤੁਹਾਡਾ ਕੁਐਸਚਨ ਇਹ ਆ ਕਿ ਪ੍ਰੈਜ਼ੀਡੈਂਟ ਰੂਲ ਸਭ ਤੋਂ ਪਹਿਲਾਂ ਕਿਹੜੇ ਰਾਜ ਦੇ ਵਿੱਚ ਕਿੰਨੇ ਸੰਨ ਦੇ ਵਿੱਚ ਲੱਗਿਆ ਸੀ? ਤੁਸੀਂ ਕਮੈਂਟ ਦੇ ਵਿੱਚ ਆਨਸਰ ਦੇਣਾ ਵਾ। ਹਿੰਦੂ ਮੈਰਿਜ ਐਕਟ ਕਿਹੜੇ ਸਾਲ ਦੇ ਵਿੱਚ ਪਾਸ ਹੋਇਆ ਸੀ? 1947, 1965, 1907 ਜਾਂ 1955। ਸੋ 136 ਨੰਬਰ ਕੁਐਸਚਨ ਆ ਗਿਆ ਜੀ ਤੁਹਾਡੇ ਕੋਲ। ਸੋ 1955 ਦੇ ਵਿੱਚ ਹਿੰਦੂ ਮੈਰਿਜ ਐਕਟ ਪਾਸ ਹੋਇਆ ਸੀ। ਸੋ ਇਹਦੇ ਨਾਲ ਹੀ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਆਨੰਦ ਮੈਰਿਜ ਐਕਟ ਕਿਹੜੇ ਸਾਲ ਐਸਟੈਬਲਿਸ਼ ਹੋਇਆ ਸੀ? ਬ੍ਰਿਟਿਸ਼ ਨੇ 1909 ਦੇ ਵਿੱਚ ਲੀਗਲੀ ਰਿਕੋਗਨਾਈਜ਼ ਕੀਤਾ ਸੀ ਆਨੰਦ ਕਾਰਜ ਸੈਰਮਨੀ ਨੂੰ। ਠੀਕ ਹੈ ਜੀ। ਸੋ ਤੁਹਾਨੂੰ ਸਭ ਨੂੰ ਪਤਾ ਹੋਏਗਾ ਇਹਦੇ ਬਾਰੇ ਤਾਂ, ਹੈ ਨਾ। ਸੋ ਜ਼ਿਆਦਾ ਡਿਟੇਲ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ। ਹੇਠ ਦਿੱਤਿਆਂ ਦੇ ਵਿੱਚੋਂ ਕਿਸ ਦਾ ਭਾਰਤੀ ਰਾਸ਼ਟਰਪਤੀ ਵਜੋਂ ਸਭ ਤੋਂ ਛੋਟਾ ਕਾਰਜਕਾਲ ਸੀ? ਸਭ ਤੋਂ ਸ਼ਾਰਟੈਸਟ ਟੈਨਿਓਰ ਕਿਹੜਾ ਸੀ ਇਹਨਾਂ ਨੀਚੇ ਵਾਲਿਆਂ ਚੋਂ? ਜਵਾਹਰ ਲਾਲ ਨਹਿਰੂ, ਪ੍ਰਣਬ ਮੁਖਰਜੀ, ਪ੍ਰਤਿਭਾ ਪਾਟਿਲ ਜਾਂ ਡਾਕਟਰ ਜ਼ਾਕਿਰ ਹੁਸੈਨ? ਡਾਕਟਰ ਜ਼ਾਕਿਰ ਹੁਸੈਨ ਸਾਡਾ ਬਿਲਕੁਲ ਸਹੀ ਆਨਸਰ ਬਣਦਾ ਵਾ ਜੀ। ਡਾਕਟਰ ਜ਼ਾਕਿਰ ਹੁਸੈਨ ਨੇ ਜਿਹੜੇ ਉਹ ਇੰਡੀਆ ਦੇ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਵੀ ਸੀ। ਕਈ ਵਾਰ ਪੇਪਰ 'ਚ ਇਹ ਪੁੱਛਿਆ ਜਾਂਦਾ ਕਿ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਦਾ ਨਾਮ ਦੱਸੋ। ਜ਼ਾਕਿਰ ਹੁਸੈਨ, ਜਿਨ੍ਹਾਂ ਨੇ ਆਕੂਪਾਈ ਕੀਤਾ ਸੀਗਾ ਸਭ ਤੋਂ ਘੱਟ ਟਾਈਮ ਲਈ ਪੀਰੀਅਡ। ਸੋ ਉਹਨਾਂ ਦੀ ਡੈਥ ਹੋ ਗਈ ਸੀ। ਠੀਕ ਹੈ ਜੀ। 2 ਸਾਲ ਉਹਨਾਂ ਦਾ ਮਤਲਬ ਇਲੈਕਟ ਹੋਏ ਸੀ। ਜੇਕਰ ਆਪਾਂ ਪੁੱਛਿਆ ਜਾਵੇ ਕਿ ਪਹਿਲੇ ਐਕਟਿੰਗ ਪ੍ਰੈਜ਼ੀਡੈਂਟ ਕੌਣ ਸੀ ਜੀ? VV ਗਿਰੀ ਵਾਸ ਦਾ ਫਸਟ ਐਕਟਿੰਗ ਪ੍ਰੈਜ਼ੀਡੈਂਟ ਆਫ ਇੰਡੀਆ। ਸੋ 3 ਮਈ 1969 ਨੂੰ ਇਹ ਪਹਿਲੇ ਪ੍ਰੈਜ਼ੀਡੈਂਟ ਸੀ ਜਿਹੜੇ ਕਿ ਡਾਈ ਹੋਏ ਸੀ, ਮਰੇ ਸੀਗੇ, ਮਤਲਬ ਇਹਨਾਂ ਦੀ ਡੈਥ ਹੋਈ ਸੀਗੀ ਆਫਿਸ ਦੇ ਵਿੱਚ, ਮੌਤ ਹੋਈ ਸੀਗੀ ਇਹਨਾਂ ਦੀ। ਸੋ ਗਿਆਨੀ ਜੈਲ ਸਿੰਘ, ਜੇਕਰ ਪੁੱਛਿਆ ਜਾਵੇ ਪਹਿਲੇ ਸਿੱਖ ਪ੍ਰੈਜ਼ੀਡੈਂਟ ਕੌਣ ਨੇ ਜੀ? ਗਿਆਨੀ ਜੈਲ ਸਿੰਘ, 1982 ਤੋਂ ਲੈ ਕੇ 1987 ਤੱਕ। ਬਹੁਤ ਇੰਪੋਰਟੈਂਟ ਕੁਐਸਚਨ ਆ, 4 ਕੁਐਸਚਨ ਕਵਰ ਹੋ ਗਏ। ਇਹ ਦੇਖਣ ਨੂੰ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਦੇਖਣ ਨੂੰ ਇਹ ਸੀਰੀਜ਼ ਲੱਗ ਰਹੀ ਆ ਕਿ ਹਾਂਜੀ ਇਹ ਬਹੁਤ ਵੀ ਮਤਲਬ 300 ਕੁਐਸਚਨ ਹੈ, ਇਹ 'ਚ ਕੀ ਕਵਰ ਹੋਏਗਾ। ਪਰ ਇਹ 300 ਕੁਐਸਚਨ ਵਿੱਚੋਂ ਮੈਂ ਤੁਹਾਨੂੰ 1000 ਕੁਐਸਚਨ ਕਵਰ ਕਰਵਾ ਕੇ ਜਾਊਂਗਾ। ਅਤੇ ਇਹ ਜਦੋਂ ਇਹ ਸੀਰੀਜ਼ ਖਤਮ ਹੋ ਗਈ ਨਾ 300 ਕੁਐਸਚਨ, ਜਦੋਂ ਤੁਸੀਂ ਇਹਦੀ PDF ਨੂੰ ਰਿਵਾਈਜ਼ ਕਰੋਗੇ ਨਾ, ਤੁਹਾਨੂੰ ਖੁਦ ਨੂੰ ਲੱਗੇਗਾ ਕਿ ਦੇਖੋ ਕਿੰਨਾ ਵਧੀਆ ਡਾਟਾ ਤੁਹਾਡੇ ਲਈ ਕਲੈਕਟ ਜੋ ਮੈਂ ਕੀਤਾ, ਉਹਦੇ ਨਾਲ ਤੁਹਾਨੂੰ ਪੇਪਰ ਦੇ ਵਿੱਚ ਕਿਸ ਤਰ੍ਹਾਂ ਦਾ ਫਾਇਦਾ ਹੁੰਦਾ। ਬਾਅਦ ਵਿੱਚ ਤੁਸੀਂ ਕੋਈ ਵੀ ਮੌਕ ਟੈਸਟ ਲਗਾਓਗੇ ਜਾਂ ਕੁਛ ਵੀ ਲਗਾਓਗੇ, ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੰਨੀ ਵਧੀਆ ਨੌਲੇਜ ਜਿਹੜੀ ਆ ਉਹ ਗੇਨ ਕੀਤੀ ਆ, ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ। ਠੀਕ ਆ। ਜਦੋਂ ਤੁਸੀਂ PDF ਉਹ 1000 ਦੀ PDF ਜਿਹੜੀ ਆਪਣੀ 1000 ਕੁਐਸਚਨ 300 ਕੁਐਸਚਨ ਦੀ PDF ਹੋਏਗੀ, ਜਦੋਂ ਤੁਹਾਡੇ 1000 ਕੁਐਸਚਨ ਕਵਰ ਹੋ ਗਏ ਨਾ, ਉਸ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਕੌਨਫੀਡੈਂਸ ਤੁਹਾਡਾ ਬੂਸਟ ਹੋਏਗਾ GK ਦੇ ਵਿੱਚ। ਨੈਕਸਟ ਕੁਐਸਚਨ ਆ ਗਿਆ ਜੀ 1983 ਦੇ ਵਿੱਚ ਕੇਂਦਰ ਰਾਜ ਸੰਬੰਧਾਂ ਬਾਰੇ ਕੇਂਦਰ ਸਰਕਾਰ ਦੁਆਰਾ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ? ਸਰਕਾਰੀਆ ਕਮਿਸ਼ਨ, ਦੱਤ ਕਮਿਸ਼ਨ, ਸੱਤਾ ਸਵੱਧ ਕਮਿਸ਼ਨ ਜਾਂ ਸਿਵਰਮਨ ਕਮਿਸ਼ਨ? ਸਰਕਾਰੀਆ ਕਮਿਸ਼ਨ। ਬਹੁਤ ਬੇਸਿਕ ਜਿਹਾ ਕੁਐਸਚਨ ਆ ਜੀ। 1983 ਦੇ ਵਿੱਚ ਸੈਂਟਰ ਸਟੇਟ ਰਿਲੇਸ਼ਨ ਦੇ ਲਈ ਕੀਤਾ ਸੀ। ਸੋ ਇਹਦੇ ਚੇਅਰਮੈਨ ਕੌਣ ਸੀ ਕਮਿਸ਼ਨ ਦੇ? ਜਸਟਿਸ ਰਣਜੀਤ ਸਿੰਘ ਸਰਕਾਰੀਆ। ਠੀਕ ਆ। ਬਹੁਤ ਇੰਪੋਰਟੈਂਟ ਕੁਐਸਚਨ ਆ। ਠੀਕ ਹੈ। ਰਿਟਾਇਰਡ ਜੱਜ ਸੀਗੇ ਇਹ ਸੁਪਰੀਮ ਕੋਰਟ ਦੇ। ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1964, 2005, 1972 ਜਾਂ 1988 ਦੇ ਵਿੱਚ? 139 ਦਾ ਸਾਡਾ ਸਹੀ ਆਨਸਰ ਤੁਸੀਂ ਦੱਸਣਾ ਵਾ। ਸੋ ਸੈਂਟਰਲ ਵਿਜੀਲੈਂਸ ਕਮਿਸ਼ਨ ਦੀ ਸਥਾਪਨਾ 1964 ਦੇ ਵਿੱਚ ਕੀਤੀ ਗਈ ਸੀ। ਨੈਕਸਟ ਆ ਗਿਆ ਜੀ ਸਾਡੇ ਕੋਲ ਕੁਐਸਚਨ, ਲਾਸਟ ਕੁਐਸਚਨ ਆ ਗਿਆ ਜੀ ਅੱਜ ਦਾ ਆਪਣੀ ਕਲਾਸ ਦਾ। ਭਾਰਤੀ ਸੰਵਿਧਾਨ ਦੀ ਕਿਹੜੀ ਵਿਸ਼ੇਸ਼ਤਾ, ਮਤਲਬ ਕਿਹੜਾ ਫੀਚਰ ਆ ਜਿਹੜਾ ਅਮਰੀਕੀ ਸੰਵਿਧਾਨ ਤੋਂ ਨਹੀਂ ਲਿਆ ਗਿਆ? ਪ੍ਰੈਮਬਲ, ਸਿੰਗਲ ਜਸਟਿਸ, ਸਿੰਗਲ ਸਿਟੀਜ਼ਨਸ਼ਿਪ, ਜੁਡੀਸ਼ੀਅਲ ਰਿਵਿਊ ਜਾਂ ਫੰਡਾਮੈਂਟਲ ਰਾਈਟਸ? ਤੁਹਾਨੂੰ ਸਭ ਨੂੰ ਪਤਾ ਕਿ ਪ੍ਰੈਮਬਲ ਹੋ ਗਿਆ, ਜੁਡੀਸ਼ੀਅਲ ਰਿਵਿਊ ਹੋ ਗਿਆ, ਅਤੇ ਫੰਡਾਮੈਂਟਲ ਰਾਈਟਸ ਆਪਾਂ ਲਏ ਨੇ ਅਮਰੀਕਨ ਤੋਂ, ਕੌਨਸਟੀਟਿਊਸ਼ਨ ਤੋਂ, USA ਤੋਂ। ਬਟ ਸਿੰਗਲ ਸਿਟੀਜ਼ਨਸ਼ਿਪ ਆ ਉਹ ਅਸੀਂ ਬ੍ਰਿਟੇਨ, ਇੰਗਲੈਂਡ ਤੋਂ ਲਈ ਆ। ਠੀਕ ਆ। ਸੋ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ। ਹੁਣ ਆਪਾਂ ਚੱਲਦੇ ਹਾਂ ਜੀ। ਇਹ ਸੀਗੇ ਜੀ 140 ਕੁਐਸਚਨ ਆਪਣੇ ਕੰਪਲੀਟ ਹੋ ਗਏ ਨੇ, 160 ਰਹਿ ਗਏ ਹੋਏ ਨੇ। ਅਗਲੀ ਆਪਣੀ ਕਲਾਸ ਹੋਈ ਜੀ ਸਾਇੰਸ ਐਂਡ ਟੈਕਨੋਲੋਜੀ ਦੇ। ਸਾਇੰਸ ਐਂਡ ਟੈਕਨੋਲੋਜੀ ਤੋਂ ਇੱਕ ਕੁਐਸਚਨ ਜ਼ਰੂਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਵਾ ਜੀ। ਆਪਾਂ 20 ਕੁਐਸਚਨ ਕਰਾਂਗੇ, 20 ਦੇ ਨਾਲ ਤੁਹਾਡੇ 50-60 ਕੁਐਸਚਨ ਆਪਾਂ ਕਵਰ ਕਰਵਾ ਦੇਣੇ ਆ, ਐਕਸਟਰਾ ਫੈਕਟ ਦੇਣਾ। ਇਹ 'ਚ ਸਿੱਧੇ ਕੁਐਸਚਨ ਪੁੱਛੇ ਜਾਂਦੇ ਨੇ, ਬਹੁਤ ਇੰਪੋਰਟੈਂਟ ਕੁਐਸਚਨ ਆਪਾਂ ਕਰਾਂਗੇ ਇਹਦੇ ਵਿੱਚ। ਸੋ ਜੀ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਵਿੱਚ। ਧੰਨਵਾਦ ਜੀ। ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਸਬਸਕ੍ਰਾਈਬ ਨਹੀਂ ਬੱਚੇ ਕਰਦੇ ਪਏ, ਵੀਡੀਓ ਦੇਖ ਰਹੇ ਨੇ, ਇਹ ਨਹੀਂ ਮੈਂ ਕਹਿ ਰਿਹਾ ਕਿ ਨਹੀਂ ਦੇਖ ਰਹੇ, ਪਰ ਸਬਸਕ੍ਰਾਈਬਰ ਬਹੁਤ ਘੱਟ ਨੇ ਜੀ ਆਪਣੇ। ਸੋ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਆਪਾਂ ਨੂੰ। ਸੋ ਬਹੁਤ ਮਿਹਨਤ ਨਾਲ ਇਹ ਕੰਟੈਂਟ ਤਿਆਰ ਹੁੰਦਾ, ਆਪਦੇ ਸਮੇਂ ਦੇ ਵਿੱਚੋਂ ਇਹ ਸਮਾਂ ਕੱਢ ਕੇ ਕੰਟੈਂਟ ਤਿਆਰ ਕਰਨਾ, ਰਾਤ ਨੂੰ ਜਾਂ ਕਿਤੇ ਛੁੱਟੀ ਵਾਲੇ ਦਿਨ ਹੀ ਤਿਆਰ ਕੀਤਾ ਜਾਂਦਾ ਵਾ ਇਹ ਕੰਟੈਂਟ। ਸੋ ਉਮੀਦ ਕਰਦਾ ਵਾਂ ਕਿ ਤੁਸੀਂ ਵੀ ਆਪਣੇ ਚੈਨਲ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋਗੇ ਅਤੇ ਅੱਗੇ ਤੁਸੀਂ ਹੋਰ ਜ਼ਿਆਦਾ ਤੋਂ ਜ਼ਿਆਦਾ ਆਪ ਖੁਦ ਸ਼ੇਅਰ ਕਰੋਗੇ। ਸੋ ਧੰਨਵਾਦ ਜੀ।